ਪਿਆਰੇ ਦਰਸ਼ਕੋ, ਪੰਜਾਬਨਾਮਾ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਸ਼ੋਅ ਦੇ ਨਾਲ ਸਾਡੇ ਨਾਲ ਉੱਘੇ ਚਿੰਤਕ ਪ੍ਰੋਫੈਸਰ ਖਾਲਿਦ ਮੁਹੰਮਦ ਹਨ, ਜਿਨ੍ਹਾਂ ਨਾਲ ਅਸੀਂ ਦੋ ਵਿਸ਼ਿਆਂ ਦੇ ਉੱਪਰ ਗੱਲ ਕਰਾਂਗੇ। ਇੱਕ ਤਾਂ ਦਿੱਲੀ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਉਹਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ, ਉਹਦਾ ਕੀ ਅਸਰ ਪਏਗਾ, ਇੱਕ ਤਾਂ ਉਹਦਾ। ਦੂਜਾ ਜਿਹੜਾ ਬੀਜੇਪੀ ਦੇ ਅੰਦਰ ਸੰਕਟ ਪੈਦਾ ਹੋਇਆ ਉਹ ਕੀ ਰੰਗ ਲਏਗਾ। ਇਹਨਾਂ ਦੋ ਮੁੱਦਿਆਂ ਦੇ ਉੱਪਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਅਸੀਂ ਦਿੱਲੀ ਹਾਈ ਕੋਰਟ ਦਾ ਜਿਹੜਾ 3 ਕੇਸਾਂ 'ਚ ਫੈਸਲਾ ਆਇਆ, ਪ੍ਰੈਸ ਸਾਹਿਬ, ਉਹਦੇ ਕੀ ਅਸਰ ਪਏਗਾ? ਮੈਨੂੰ ਤਾਂ ਲੱਗਦਾ ਵੀ ਉਹਦੇ ਬਹੁਤ ਦੂਰਗਾਮੀ ਅਸਰ ਪੈਣਗੇ। ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੰਮੂ ਸਾਹਿਬ, ਇਦਾਂ ਹੈਗਾ ਕਿ ਕੁਝ ਧਾਰਾਵਾਂ ਆਈਪੀਸੀ ਦੀਆਂ, ਸੀਆਰਪੀਸੀ ਦੀਆਂ ਐਸੀਆਂ ਜਿਹੜੀਆਂ ਕਿ ਹਰ ਰਜੀਮ ਦੇ ਵਿੱਚ ਉਹਨਾਂ ਦਾ ਦੁਰਉਪਯੋਗ ਹੋਇਆ, ਹਾਂਜੀ, ਉਹਨਾਂ ਦੀ ਦੁਰਵਰਤੋਂ ਹੋਈ ਹੈ ਔਰ ਬੜੇ ਮਾਸੂਮ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਲੰਬੇ ਸਮੇਂ ਤੱਕ ਡਿਟੇਨ ਕਰਕੇ ਰੱਖਿਆ ਗਿਆ। ਉਸ ਤੋਂ ਬਾਅਦ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਲੋਕ ਐਸੇ ਥੇ ਜਿਹੜੇ ਛੁੱਟ ਗਏ, ਹਾਂਜੀ, ਉਹ ਬੇਕਸੂਰ ਪਾਏ ਗਏ। ਲੇਕਿਨ ਗੱਲ ਇਹ ਹੈਗੀ ਹੈ ਕਿ ਉਹ ਬੰਦੇ ਜਿਹੜੇ ਬੇਕਸੂਰ ਪਾਏ ਗਏ 5-5, 7-7, 8-8 ਸਾਲ ਜੇਲ੍ਹਾਂ ਦੇ ਵਿੱਚ ਰਹੇ, ਕਸਟਡੀ ਦੇ ਵਿੱਚ, ਹਾਂਜੀ, ਉਹਨਾਂ ਨੇ ਕੀ ਬੁਰਾ ਕੀਤਾ ਸੀਗਾ? ਇਹ ਬਹੁਤ ਵੱਡਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਦਾ ਵਿਸ਼ਾ ਹੈਗਾ ਔਰ ਬੜੀ ਚਿੰਤਾ ਦੀ ਗੱਲ ਹੈ। ਖਾਸ ਤੌਰ ਪਰ ਮੇਰਾ ਖਿਆਲ ਹੈ ਵੀਜ਼ਾ ਕਦੇ ਐਡਰੈਸ ਹੀ ਨਹੀਂ ਕੀਤਾ ਗਿਆ। ਦੇਖੋ ਇਦਾਂ ਹੈਗਾ ਜੰਮੂ ਸਾਹਿਬ, ਜਿਹੜੀ ਵਾਇਲੇਸ਼ਨ ਹੈ ਹਿਊਮਨ ਰਾਈਟਸ ਦੀ, ਇਹਦੇ ਵਿੱਚ ਸਾਡਾ ਗ੍ਰਾਫ ਕਿਤੇ ਪਿੱਛੇ ਜਾਈ ਜਾ ਰਿਹਾ। ਹਾਂਜੀ, ਉਹਦੀ ਮੇਨ ਵਜ੍ਹਾ ਇਹੀ ਹੈਗੀ ਹੈ ਕਿ ਇਹ ਜਿਹੜੀਆਂ ਧਾਰਾਵਾਂ ਹੈਗੀਆਂ, ਖਾਸ ਤੌਰ ਪਰ ਜਿਵੇਂ ਕਿ ਸੈਡੀਸ਼ਨ ਦੀ ਧਾਰਾ ਹੈਗੀ ਹੈ, ਜਿਹੜੀ ਕਿ ਆਪਾਂ ਅੰਨ੍ਹੇਵਾਹ ਲਾਈ ਤੁਰੇ ਜਾਂਦੇ ਹਾਂ। ਹਾਂਜੀ, ਹਾਂਜੀ, ਯਾਨੀ ਚਾਹੇ ਉਹ ਯੂਪੀਏ ਦੀ ਸਰਕਾਰ ਸੀਗੀ, ਹੁਣ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ। ਤੁਸੀਂ ਸਰਕਾਰ ਨੂੰ ਅਗਰ ਮਾੜੀ ਜਿਹੀ ਆਲੋਚਨਾ ਵੀ ਕਰਦੇ ਹੋ ਤਾਂ ਤੁਹਾਡੇ ਪਰ ਸੈਡੀਸ਼ਨ ਲੱਗਣ ਦਾ ਖਤਰਾ ਰਹਿੰਦਾ, ਹਾਂਜੀ, 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 ਜਿਹਦੀ ਵਜ੍ਹਾ ਕਰਕੇ ਉਹ ਜਿਹੜੀ ਇੰਡੀਪੈਂਡੈਂਟ ਵੌਇਸ ਹੈ, ਇੱਕ ਲਿਬਰਟੀ ਜਿਹਨੂੰ ਆਪਾਂ ਕਹਿੰਦੇ ਆ ਕਿ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਉਹਦੀ ਬੜੀ ਸੈਂਕਟਿਟੀ ਹੈ, ਉਹਦੀ ਸੈਂਕਟਿਟੀ ਬੁਰੀ ਤਰ੍ਹਾਂ ਭੰਗ ਹੋਈ। ਹਾਂਜੀ। ਦੂਸਰੀ ਚੀਜ਼ ਹੈਗੀ ਆ UAPA ਜਿਹੜਾ ਹੈਗਾ, ਇਹਦੇ ਇਹ ਜਿਹੜਾ ਕਾਨੂੰਨ ਹੈ, ਇਹਦੀ ਵੀ ਦੁਰਵਰਤੋਂ ਬੇਇੰਤਹਾ ਹੋ ਰਹੀ ਹੈ। ਮੇਰੇ ਖਿਆਲ ਰੱਜ ਕੇ ਯਾਨੀ ਹੋ ਰਹੀ ਹੈ। ਤੁਹਾਨੂੰ ਇਹ ਦੇਖੋ ਕਿ ਤੁਸੀਂ ਸਿਰਫ ਇੰਨਾ ਕਹਿ ਦਿਓ ਕਿ ਸਰਕਾਰ ਨੇ ਗੱਲ ਗਲਤ ਕੀਤੀ ਹੈ। ਇੱਕ ਬੰਦੇ ਨੇ ਕੀ ਕੀਤਾ, ਤੁਹਾਨੂੰ ਮੈਂ ਐਗਜ਼ਾਮਪਲ ਦਿੰਨਾ ਕਿ ਸਾਡਾ ਜਿਹੜਾ ਨੈਸ਼ਨਲ ਐਂਬਲਮ ਦੇ ਵਿੱਚ ਸ਼ੇਰ ਬਣੇ ਹੋਏ ਆ, ਉਹ ਸ਼ੇਰ ਦੀ ਜਗ੍ਹਾ ਤੇ ਉਹਨੂੰ ਇੱਕ ਕਾਰਟੂਨਿਸਟ ਨੇ ਲੂੰਬੜੀ ਦਿਖਾਤੀ ਤਾਂ ਉਹਦੇ ਉੱਪਰ ਕੇਸ ਦਰਜ ਹੋ ਗਿਆ। ਤੁਸੀਂ ਕਾਰਟੂਨਿਸਟ ਦੀ ਜਿਹੜੀ ਹੈਗੀ ਹੈ ਉਹ ਇੱਕ ਗੱਲ ਦਰਸਾਉਣੀ ਚਾਹੁੰਦਾ, ਲੇਕਿਨ ਉਹਨੂੰ ਤੁਸੀਂ ਬਜਾਏ ਸਮਝਣ ਦੇ ਤੁਸੀਂ ਉਹਦੇ ਮਗਰ ਡੰਡਾ ਲੈ ਕੇ ਤੁਰ ਪਏ। ਉਹੀ ਚੀਜ਼ ਜਿਹੜੀ ਹੈਗੀ ਹੈ, ਬਹੁਤ ਸਾਰੇ ਜਿਹੜੇ ਜਰਨਲਿਸਟ ਹੈ, ਆਪਣੇ ਬਹੁਤ ਸਾਰੇ ਜਿਹੜੇ ਹੈਗੇ ਹੈ ਹਿਊਮਨ ਰਾਈਟਸ ਐਕਟਿਵਿਸਟ ਹੈ, ਟੀਚਰਸ ਹੈ, ਜਿਨ੍ਹਾਂ ਨੇ ਥੋੜੀ ਜਿਹੀ ਵੀ ਕੋਈ ਸਰਕਾਰ ਦੀ ਵਿਰੋਧਤਾ ਕੀਤੀ ਹੈ ਜਾਂ ਸਰਕਾਰ ਨਾਲ ਡਾਈਸੈਂਟ ਸ਼ੋਅ ਕੀਤੀ ਹੈ, ਉਹਨਾਂ ਪਰ ਕਈ ਤਰ੍ਹਾਂ ਦੇ ਚਾਰजेस ਲਾ ਕੇ ਇਹੀ ਕੇਸ ਜਿਹੜਾ ਹੈਗਾ, ਜਿਹੜਾ ਆਪਾਂ ਅੱਜ ਡਿਸਕਸ ਕਰ ਰਹੇ ਹਾਂ, ਇਹ ਮੈਂ ਭੂਮਿਕਾ ਇਸ ਕਰਕੇ ਦੇ ਰਿਹਾ ਸੀਗਾ ਕਿ ਐਵਰੀਥਿੰਗ ਇਜ਼ ਨਾਟ ਰਾਈਟ ਜਿੱਥੇ ਤੱਕ ਹਿਊਮਨ ਰਾਈਟਸ ਦੀ ਪ੍ਰੋਟੈਕਸ਼ਨ ਤੇ ਵਾਇਲੇਸ਼ਨ ਦਾ ਸਵਾਲ ਹੈ ਇੰਡੀਆ ਦੇ ਵਿੱਚ। ਹੁਣ ਇਹ ਜਿਹੜਾ ਕੇਸ ਹੈਗਾ, ਇਹ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਨੇ ਐਕਟ ਬਣਾਏ, CAA ਦਾ ਜਿਹੜਾ ਐਕਟ ਸੀਗਾ, ਉਸ ਤੋਂ ਬਾਅਦ ਸੀਗਾ ਕਿ NRC ਅਸੀਂ ਲਿਆਵਾਂਗੇ। ਉਹਦੇ ਅਗੇਂਸਟ ਇੱਕ ਅੱਛਾ ਖਾਸਾ ਮੁਜ਼ਾਹਰਾ ਜਿਹੜਾ ਸੀਗਾ ਉਹ ਹੋਇਆ, ਕਿਉਂਕਿ ਆਪਣਾ ਜਿਹੜਾ ਸੰਵਿਧਾਨ ਹੈ ਉਹ ਬੇਸਿਕਲੀ ਇੱਕ ਸੈਕੂਲਰ ਕਨਸਟੀਟਿਊਸ਼ਨ ਹੈ ਜਿਹੜਾ ਕਿ ਬਣਾਉਣ ਵਾਲਿਆਂ ਨੇ ਬਣਾਇਆ ਸੀਗਾ, ਲੇਕਿਨ ਉਹਦੀ ਜਿਸ ਤਰ੍ਹਾਂ ਧੱਜੀ ਉਡਾਈ ਜਾ ਰਹੀ ਹੈ, ਔਰ ਆਪਾਂ ਇਹ ਦੇਖ ਰਹੇ ਹਾਂ ਕਿ ਸੈਕੂਲਰ ਕਨਸਟੀਟਿਊਸ਼ਨ ਦੇ ਵਿੱਚ ਕਈ ਤਰ੍ਹਾਂ ਦਾ ਜਿਹਨੂੰ ਆਪਾਂ ਕਹਿੰਦੇ ਆ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਦੇ ਵਿੱਚ ਉਹਦਾ ਇੱਕ ਨਤੀਜਾ ਸੀਗਾ CAA ਜਿਹੜਾ ਲਿਆਂਦਾ ਹੈ ਸਰਕਾਰ ਨੇ, ਜਿਹਦੇ ਮੁਤਾਬਕ ਇਹ ਹੈਗਾ ਕਿ ਜਿਹੜੇ ਆਲੇ ਦੁਆਲੇ ਦੇ ਦੇਸ਼ ਆ ਉਹਨਾਂ ਵਿੱਚੋਂ ਅਗਰ ਕੋਈ ਨੌਨ ਮੁਸਲਿਮਸ ਇੰਡੀਆ 'ਚ ਐਂਟਰ ਹੁੰਦਾ, ਉਹਨੂੰ ਜਿਹੜੀ ਹੈਗੀ ਸਿਟੀਜ਼ਨਸ਼ਿਪ ਦੇਂਦਾ ਹੈਗਾ। ਤਾਂ ਸਾਡੇ ਕੰਟਰੀ ਦੇ ਵਿੱਚ 1900 ਸਮਝ ਲਓ 50 ਤੋਂ ਲੈ ਕੇ ਜਿੱਦਾਂ ਸਾਡਾ ਸੰਵਿਧਾਨ ਲਾਗੂ ਹੋਇਆ ਅੱਜ ਤੱਕ ਕਮਨਲ ਜਾਂ ਡਿਵਿਸਿਵ ਬੇਸ ਦੇ ਉੱਪਰ ਕੋਈ ਕਾਨੂੰਨ ਨਹੀਂ ਬਣਾਏ ਗਏ ਸੀਗੇ, ਲੇਕਿਨ ਇਹ ਪਹਿਲੀ ਵਾਰ ਹੈਗਾ ਕਿ ਤੁਸੀਂ ਰਿਲੀਜੀਅਸ ਲਾਈਨਸ ਦੇ ਉੱਪਰ ਕਿਸੇ ਨੂੰ ਸੁਵਿਧਾ ਦੇ ਰਹੇ ਹੋ, ਕਿਸੇ ਨੂੰ ਨਹੀਂ ਸੁਵਿਧਾ ਦਿੱਤਾ। ਉਹਦੇ ਅਗੇਂਸਟ ਇੱਕ ਰਿਜ਼ੈਂਟਮੈਂਟ ਸੀਗੀ, ਉਹ ਰਿਜ਼ੈਂਟਮੈਂਟ ਚਾਹੇ ਸ਼ਾਹੀਨ ਬਾਗ ਦੇ ਵਿੱਚ ਸੀਗੀ ਔਰ ਚਾਹੇ ਸ਼ਾਹੀਨ ਬਾਗ ਹੋਰ ਵੀ ਜਿੱਥੇ ਜਿੱਥੇ ਵੀ ਬਣੇ, ਉੱਥੇ ਦੇ ਲੋਕਾਂ ਦੇ ਉੱਪਰ ਕਾਫੀ ਜ਼ਿਆਦਾ
ਜਿਹੜੇ ਸੀਗੇ UAPA ਦੇ ਅੰਡਰ ਜਾਂ ਸੈਡੀਸ਼ਨ ਦੇ ਕਈ ਤਰ੍ਹਾਂ ਦੇ ਐਕਟ ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਨਜ਼ਰਬੰਦ ਕਰਤਾ। ਔਰ ਉਹਨਾਂ ਵਿੱਚੋਂ ਜਿਹੜਾ ਇਹ ਕੱਲ ਫੈਸਲਾ ਹੋਇਆ ਉਹਦੇ ਵਿੱਚ ਜਿਹੜੇ ਦਿਵੰਗਨਾ ਕਲੀਟਾ ਹੈਗੀ ਆ, ਆਸਿਫ ਇਕਬਾਲ ਹੈ ਜਾਂ ਨਰੇਸ਼ ਨਰਵਾਲ, ਹਾਂਜੀ ਉਹਨਾਂ ਨੂੰ ਕੋਰਟ ਨੇ ਬੜੇ ਇੰਪੋਰਟੈਂਟ ਜਜਮੈਂਟ ਦਿੱਤੀ। ਬਹੁਤ ਔਰ ਇਹ ਅਹਿਮ ਪਹਿਲੀ ਵਾਰ judgment। ਨਹੀਂ, ਪਿਛਲੇ ਕੁਝ ਦਿਨਾਂ ਤੋਂ ਕੋਰਟਾਂ ਨੇ ਕਾਫੀ ਜਜਮੈਂਟਸ, ਈਵਨ ਬੰਬੇ ਹਾਈ ਕੋਰਟ ਨੇ ਜਾਂ ਦੂਸਰੇ ਜਿਹੜੇ ਲੋਕਾਂ ਨੂੰ ਬਿਨਾਂ ਇਲਾਹਾਬਾਦ ਕਿਸੇ ਹਾਈ ਕੋਰਟ ਨੇ ਵੀ ਕਈ ਇਲਾਹਾਬਾਦ ਜਜਮੈਂਟ ਹਾਈ ਦਿੱਤੇ। ਕੋਰਟ ਨੇ, ਇਨਫੈਕਟ ਜੰਮੂ ਸਾਹਿਬ ਇਲਾਹਾਬਾਦ ਹਾਈ ਕੋਰਟ ਨੇ ਤਾਂ ਆ ਜਿਹੜਾ ਸੈਡੀਸ਼ਨ ਦਾ ਤੁਹਾਡਾ ਐਕਟ ਹੈ ਨਾ, ਹਾਂਜੀ ਹਾਂਜੀ ਜਿਹੜਾ 214A ਹੈ, ਇਲਾਹਾਬਾਦ ਹਾਈ ਕੋਰਟ ਨੇ 1998 ਦੇ ਵਿੱਚ, ਸੌਰੀ 1958 ਦੇ ਵਿੱਚ ਰਿਜੈਕਟ ਕਰਤਾ ਸੀ। ਹਾਂਜੀ ਪੰਜਾਬ ਹਾਈ ਕੋਰਟ ਨੇ 1951 ਦੇ ਵਿੱਚ ਇਹਨੂੰ ਜਿਹੜਾ ਸੀਗਾ ਸਟਰਕ ਡਾਊਨ ਕਰਤਾ ਸੀਗਾ। ਬਾਅਦ ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆਈ 1962 ਦੇ ਵਿੱਚ, ਜਿਹਦੇ ਵਿੱਚ ਇਹਦੀਆਂ ਕੁਝ ਧਾਰਾਵਾਂ ਜਿਹੜੀਆਂ ਸੀਗੀਆਂ ਬਹਾਲ ਹੋਈਆਂ। ਲੇਕਿਨ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਸੀਗੀ ਕਿ ਅਗਰ ਵਾਇਲੈਂਸ ਇਨਸਾਈਟ ਕੀਤਾ ਕਰੇ ਕੋਈ ਬੰਦਾ ਤਾਂ ਤੁਸੀਂ ਲਾ ਸਕਦੇ ਹੋ। ਇੱਥੇ ਮਾੜੀ ਜੀ ਕੋਈ ਗੱਲ ਹੁੰਦੀ ਹੈ, ਤੁਸੀਂ ਲਾ ਕੇ ਉਹਨਾਂ ਨੂੰ ਅੰਦਰ ਜੇਲ੍ਹਾਂ 'ਚ ਭੇਜ ਦਿੰਦੇ ਹੋ। ਹੁਣ ਉਹਦੇ ਵਿੱਚ ਹਾਈ ਕੋਰਟ ਨੇ ਕੀ ਕਿਹਾ, ਇਹ ਬੜੀ ਇੰਪੋਰਟੈਂਟ ਚੀਜ਼ ਹਾਂਜੀ ਹੈ। ਹਾਂਜੀ ਹਾਂਜੀ ਹਾਈ ਕੋਰਟ ਕਹਿੰਦੀ ਹੈ ਕਿ ਰਾਈਟ ਟੂ ਪ੍ਰੋਟੈਸਟ ਜਿਹੜਾ ਹੈਗਾ, ਇਟ ਇਜ਼ ਨਾਟ ਅ ਟੈਰਰਿਸਟ ਐਕਟੀਵਿਟੀ। ਬਿਲਕੁਲ ਠੀਕ ਹੈ, ਨਹੀਂ ਤੁਹਾਡਾ ਹੱਕ ਹੈ। ਔਰ ਹਾਈ ਕੋਰਟ ਇਹ ਕਹਿੰਦੀ ਹੈ ਕਿ ਜਿੰਨੇ ਵੀ ਚਾਰजेस ਲਾਏ ਗਏ ਉਹਨਾਂ ਪਰ ਉਹ ਸੁਪਰਫਲੂਅਸ ਵੇਰੀਏजेस हैं। ਹਾਂਜੀ ਹਾਂਜੀ ਔਰ ਇਹ ਜਿਹੜੇ ਚਾਰजेस हैं ਇਹ ਕਿਸੇ ਤਰ੍ਹਾਂ ਦਾ ਵੀ ਕੋਈ ਆਫੈਂਸ ਪ੍ਰੂਵ ਨਹੀਂ ਕਰਦੇ। ਫॉर एग्जांपल ਇੱਕ ਬੰਦੇ ਨੇ ਕੋਈ ਸਿਮ ਕਾਰਡ ਲੈ ਲਿਆ, ਉਹ ਸਿਮ ਕਾਰਡ ਦਾ ਕੋਈ ਗਰੁੱਪ ਬਣ ਗਿਆ, ਉਹ ਗਰੁੱਪ ਆਪਸ ਦੇ ਵਿੱਚ ਇੰਟਰੈਕਟ ਕਰ ਰਿਹਾ ਹੈ CAA ਦੇ ਬਾਰੇ ਜਾਂ NRC ਬਾਰੇ, ਉਹਨਾਂ ਦੇ ਉੱਪਰ ਵੀ ਲਾਤਾ UAPA ਦਾ ਐਕਟ। ਕੋਰਟ ਕਹਿੰਦੀ ਹੈ ਕਿ ਪ੍ਰੋਟੈਸਟ ਅਗੇਂਸਟ ਦ ਗਵਰਨਮੈਂਟ ਦਾ ਕੋਈ ਵੀ ਪਾਰਲੀਮੈਂਟਰੀ ਐਕਸ਼ਨ ਹੈ, ਯਾਨੀ ਕਿ ਗਵਰਨਮੈਂਟ ਕੋਈ ਕਾਨੂੰਨ ਬਣਾਉਂਦੀ ਹੈ, ਗਵਰਨਮੈਂਟ ਕੋਈ ਸੰਸ਼ੋਧਨ ਕਰਦੀ ਹੈ, ਗਵਰਨਮੈਂਟ ਦਾ ਕੋਈ ਵੀ ਪਾਰਲੀਮੈਂਟਰੀ ਐਕਸ਼ਨ ਜਿਹੜਾ ਹੈਗਾ ਉਹਦੇ ਅਗੇਂਸਟ ਅਗਰ ਕੋਈ ਪ੍ਰੋਟੈਸਟ ਕਰਦਾ ਹੈ, ਦੈਟ ਇਜ਼ ਅ ਲੈਜੀਟੀਮੇਟ ਪ੍ਰੋਟੈਸਟ, ਯੈਸ ਉਹ ਕੀਤਾ ਜਾ ਸਕਦਾ ਹੈ। ਹੋਰ ਫਰੀडम ਆਫ ਐਕਸਪ੍ਰੈਸ਼ਨ ਕੀ ਹੁੰਦਾ ਹੈ? ਹੋਰ ਆਪਾਂ ਇੱਕ ਪਾਸੇ ਤਾਂ ਕਹਿੰਦੇ ਆ ਕਿ ਲਿਬਰਲ ਡੈਮੋਕ੍ਰੇਸੀ ਆ, ਅਸੀਂ ਲਿਬਰਲ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਅਥਾਹ ਕਿਸਮ ਦੀਆਂ ਲਿਬਰਟੀਜ਼ ਹੁੰਦੀਆਂ, ਉਹ ਲਿਬਰਟੀਜ਼ ਨੂੰ ਤੁਸੀਂ ਸਪਰੈਸ ਕਰ ਰਹੇ ਹੋ। ਕੋਰਟ ਨੇ ਉਸ ਵਿੱਚ ਕਿਹਾ, ਔਰ ਇਹ ਵੀ ਕਿਹਾ ਕਿ ਅਗਰ ਅਸੀਂ ਮੰਨ ਵੀ ਲਈਏ ਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦੇ ਪ੍ਰੋਟੈਸਟ ਕੀਤੇ, ਲੇਕਿਨ ਉਹ ਪ੍ਰੋਟੈਸਟ ਨਾ ਤਾਂ ਟੈਰਰਿਜ਼ਮ ਦੀ ਸ਼੍ਰੇਣੀ ਚਾਹੁੰਦੇ ਆ, ਨਾ ਸਟੇਟ ਦੇ ਅਗੇਂਸਟ ਕੰਸਪੀਰੇਸੀ ਦੀ ਸ਼੍ਰੇਣੀ ਚਾਹੁੰਦੇ। ਹਾਂਜੀ ਉਹਨਾਂ ਦੇ ਇਸ ਕਰਕੇ ਸਾਹਿਬ ਉਹਨਾਂ ਦੇ ਇਹ ਕਿਹਾ ਵੀ ਇਹਨਾਂ ਦੇ ਉੱਪਰ UAPA ਲਾਗੂ ਹੁੰਦਾ ਹੀ ਨਹੀਂਗਾ। ਹਾਂ, ਅੱਛਾ, ਫਿਰ ਉਹ ਕਿਹਾ ਕਿ UAPA ਦਾ ਜਿਹੜਾ ਆਫੈਂਸ ਹੈ, ਕਹਿੰਦਾ ਉਹਦੀਆਂ ਬੜੀਆਂ ਸਟ੍ਰਿੰਜੈਂਟ ਇੰਪਲੀਕੇਸ਼ਨਸ ਹੈ। ਹਾਂਜੀ ਤੁਸੀਂ ਅੱਖਾਂ ਬੰਦ ਕਰਕੇ ਕਿਸੇ ਦੇ ਉੱਪਰ ਵੀ UAPA ਇਸਤੇਮਾਲ ਨਹੀਂ ਕਰ ਸਕਦੇ, ਉਹਦੇ ਵਾਸਤੇ ਹੋਰ ਧਾਰਾਵਾਂ ਹੈਗੀਆਂ, ਉਹ ਧਾਰਾਵਾਂ UAPA ਦੀ ਕੈਟਾਗਰੀ 'ਚ ਨਹੀਂ ਆਉਂਦੀਆਂ। ਤਾਂ ਇਸ ਕਰਕੇ ਉਹ ਕਹਿੰਦੇ ਵੀ ਹਾਈ ਕੋਰਟ ਕਹਿੰਦੀ ਹੈ, ਕਹਿੰਦੀ ਇਹ ਜਿਹੜੇ ਪ੍ਰੋਟੈਸਟ ਸੀਗੇ ਇਹ CAA ਦੇ ਅਗੇਂਸਟ ਸੀਗੇ, NRC ਦੇ ਅਗੇਂਸਟ ਸੀਗੇ, ਔਰ ਫਿਰ ਤੁਸੀਂ ਕੋਈ ਸਪੈਸੀਫਿਕ ਐਲੀਗੇਸ਼ਨ ਵੀ ਨਹੀਂ ਲਾਇਆ। ਹਾਂਜੀ ਜਿਹੜੀ ਚਾਰਜਸ਼ੀਟ ਸਬਮਿਟ ਹੋਈ ਹੈ, ਚਾਰਜਸ਼ੀਟ ਦੇ ਵਿੱਚ ਕੋਈ ਸਪੈਸੀਫਿਕ ਐਲੀਗੇਸ਼ਨ ਨਹੀਂ ਹੈ, ਮਤਲਬ ਯੂ ਆਰ ਬੀਟਿੰਗ ਅਰਾਊਂਡ ਦ ਬੁਸ਼। ਹਾਂਜੀ ਹਾਂਜੀ ਜਿਹਦੀ ਵਜ੍ਹਾ ਕਰਕੇ ਉਹ ਕਹਿੰਦਾ ਕੋਈ ਵੀ ਆਫੈਂਸ ਜਿਹੜਾ ਹੈਗਾ ਉਹ ਨਹੀਂ ਬਣ ਰਿਹਾ। ਇਸ ਕਰਕੇ ਉਹਨਾਂ ਨੇ ਅਦਾਲਤ ਨੇ ਬੇਲ ਆਊਟ ਕਰਤਾ। ਹੁਣ ਸਵਾਲ ਸਭ ਤੋਂ ਵੱਡਾ ਇਹ ਹੈਗਾ ਹਾਂਜੀ ਕਿ ਇਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਕਿਆ ਪੁਲਿਸ ਜਿਹੜੀ ਹੈਗੀ ਹੈ ਉਹ ਸਿਰਫ ਪੋਲੀਟੀਕਲ ਇਸ਼ਾਰੇ ਤੇ ਕੰਮ ਕਰਦੀ ਹੈ ਜਾਂ ਆਪਣੇ ਵਿਵੇਕ ਨਾਲ ਕੰਮ ਕਰਦੀ ਹੈ? ਕਿਆ ਪੁਲਿਸ ਦਾ ਕੰਮ ਜਿਹੜਾ ਹੈਗਾ ਉਹ ਰੂਲ ਆਫ ਲਾਅ ਨੂੰ ਇੰਪਲੀਮੈਂਟ ਕਰਨਾ ਹੈ, ਜਾਂ ਪੁਲਿਸ ਦਾ ਕੰਮ ਹੈ ਜਿਹੜੇ ਪੋਲੀਟੀਕਲ ਬੌਸਸ ਹੈ ਉਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਲਾਗੂ ਕਰਨਾ? ਇੱਕ ਇਹਦੇ ਸ਼ਬਦ ਵਿੱਚੋਂ ਤਾਂ ਹੈ ਇਦਾਂ ਹੀ ਲੱਗਦਾ ਵੀ ਉਹਨਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਕੰਮ ਕਰਦੀ ਹੈ ਅਸਲ ਤਾਂ। ਉਹਨਾਂ ਵਿੱਚ ਇਸ ਵਿੱਚੋਂ ਤਾਂ ਇਹੀ ਲੱਗ ਰਿਹਾ ਹੈ ਕਿ ਦੇ ਵਰ ਐਕਟਿੰਗ ਔਨ ਬਿਹਾਫ ਆਫ ਸਮ ਪੋਲੀਟੀਕਲ ਫੋਰਸਸ, ਯੈਸ ਜਿਹੜੀ ਪੁਲਿਸ ਸੀ, ਰਾਦਰ ਦੈਨ ਉਹ ਪ੍ਰੋਪਰ ਤਰੀਕੇ ਦੇ ਨਾਲ
ਸਟੱਡੀ ਕਰਦੀ ਕੇਸ ਨੂੰ, ਉਹਦੇ ਮੁਤਾਬਕ ਕੋਈ ਧਾਰਾ ਲਾਉਂਦੀ, ਤੁਸੀਂ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਦੇ ਆ ਇਸ ਕਰਕੇ ਕਿ ਉਹ ਨਾਰੇ ਲਾ ਰਿਹਾ ਸੀਗਾ, ਔਰ ਉਹਨੂੰ ਕਹਿੰਦੇ ਜੀ ਤੂੰ ਤਾਂ ਸਟੇਟ ਦੇ ਅਗੇਂਸਟ ਕੰਸਪੀਰੇਸੀ ਕਰ ਰਿਹਾ, ਤੈਨੂੰ ਤਾਂ ਅਸੀਂ UAPA ਚ ਲਵਾਂਗੇ। ਉਹ ਚੀਜ਼ ਜਿਹੜੀ ਹੈਗੀ ਹੈ ਉਹਦੇ ਉੱਪਰ ਅਗਰ ਪੁਲਿਸ, ਇਹ ਜਿਹੜਾ ਜਜਮੈਂਟ ਹੈ, ਅਗਰ ਇਹ ਜਜਮੈਂਟ ਪੁਲਿਸ ਜਾਂ ਸਿਰਫ ਦਿੱਲੀ ਪੁਲਿਸ ਹੀ ਨਹੀਂ, ਬਾਕੀ ਵੀ ਜਿਹੜੀਆਂ ਪੁਲਿਸ ਫੋਰਸਿਸ ਹੈ, ਅਗਰ ਇਸ ਚੀਜ਼ ਨੂੰ ਸਮਝਦੀਆਂ ਤਾਂ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਅਸਰ ਪੈ ਸਕਦਾ। ਲੇਕਿਨ ਮੈਂ ਤੁਹਾਨੂੰ ਸਾਡੇ ਸੋਸ਼ਲ ਸਾਇੰਸਿਸ ਦੇ ਵਿੱਚ ਇੱਕ ਗੱਲ ਕਿਹਾ ਜਾਂਦੀ ਹੈ ਕਿ ਸਭ ਤੋਂ ਵੱਡਾ ਟੈਰਰਿਸਟ ਜਿਹੜਾ ਹੁੰਦਾ ਉਹ ਸਟੇਟ ਹੁੰਦਾ। ਹਾਂਜੀ। ਇਨਫੈਕਟ ਜਿਹੜੀ ਟੈਰਰਿਜ਼ਮ ਦੀ ਸ਼ੁਰੂਆਤ ਹੀ ਸਟੇਟ ਟੈਰਰਿਜ਼ਮ ਤੋਂ ਹੋਈ ਹੈ, ਸ਼ਬਦ ਹੀ ਉੱਥੋਂ ਸ਼ੁਰੂ ਹੋਇਆ ਹੈ, ਫਰਾਂਸ ਦੇ ਵਿੱਚੋਂ। ਹਾਂਜੀ ਹਾਂਜੀ। ਯਾਨੀ ਕਿ ਅਤਿਆਚਾਰ ਜਾਂ ਜ਼ੁਲਮ ਜਿਹੜੀਆਂ ਲਾ ਇਨਫੋਰਸਿੰਗ ਏਜੰਸੀਜ਼ ਹੈ, ਅਗਰ ਉਹ ਇੰਨਾ ਜ਼ਿਆਦਾ ਹੋਏਗਾ ਤਾਂ ਫਿਰ ਨਾ ਤਾਂ ਉੱਥੇ ਤੁਹਾਡੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਕੰਮ ਕਰੇਗੀ, ਨਾ ਤੁਹਾਡੀ ਫਰੀडम ਆਫ ਮੂਵਮੈਂਟ ਕੰਮ ਕਰੇਗੀ, ਨਾ ਫਰੀडम ਆਫ ਅਸੈਂਬਲੀ। ਕਿਸੇ ਜਗ੍ਹਾ ਤੁਹਾਨੂੰ ਹੋਏ ਕਿ ਜਿੰਨੀਆਂ ਵੀ ਤੁਹਾਨੂੰ ਫਰੀडम्स ਦਿੱਤੀਆਂ ਗਈਆਂ, ਜਿਹੜੀਆਂ ਆਪਾਂ ਕਹਿੰਦੇ ਆ ਵੀ ਸੈਕਰੋਸੈਂਟ ਹੈ, ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਤਬਾਹ ਹੋ ਜਾਂਦੀਆਂ ਅਗਰ ਲਾ ਇਨਫੋਰਸਮੈਂਟ। ਇੱਥੇ ਤਾਂ ਇਹ ਹੁੰਦਾ ਕਿ ਤੁਸੀਂ ਬੰਦਾ ਫੜ ਕੇ ਅੰਦਰ ਕਰ ਦਿੰਦੇ, ਅਰੈਸਟ ਹੀ ਸ਼ੋ ਨਹੀਂ ਕਰਦੇ ਹਾਂਜੀ ਹਾਂਜੀ। ਕਈ ਦਿਨ। ਔਰ ਜਿਸ ਵੇਲੇ ਜੇ ਤੁਸੀਂ ਹੈਬਿਸ ਕਾਰਪਸ ਦੀ ਰਿਟ ਪਾ ਦਿੰਦੇ ਹੋ ਕੋਰਟ ਦੇ ਵਿੱਚ, ਕੋਰਟ ਨੇ ਕੋਈ ਬੰਦਾ ਅਪਾਇੰਟ ਕਰਤਾ ਜਾਂ ਰੇਡ ਮਾਰਤੀ, ਉਹ ਪਿਛਲੀ ਤਾਕੀ ਚ ਨੂੰ ਭਜਾ ਦਿੰਦੇ ਆ ਬੰਦੇ ਨੂੰ। ਤਾਂ ਇਹ ਵੀ ਹੋ ਰਿਹਾ। ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ, ਅਗਰ ਕੋਰਟ ਸਹੀ ਮਾਨੇ ਦੇ ਵਿੱਚ ਕੰਮ ਕਰੇ ਔਰ ਜਿਹੜਾ ਲੀਗਲ ਸਾਡਾ ਸਿਸਟਮ ਹੈ, ਤਾਂ ਮੈਨੂੰ ਲੱਗਦਾ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਠੱਲ ਪੈ ਸਕਦੀ ਹੈ, ਜਿਹੜੀ ਕਿ ਬਹੁਤ ਜ਼ਰੂਰੀ ਵੀ ਹੈ। ਪ੍ਰੈਸ ਸਾਹਿਬ, ਮੇਰੇ ਇੱਥੇ ਸਵਾਲ ਹੈ ਵੀ ਇਹਦਾ ਦੇਸ਼ ਦੀ ਪੁਲਿਸ, ਵੱਖ-ਵੱਖ ਸੂਬਿਆਂ ਦੀ ਪੁਲਿਸ ਤੇ ਦਿੱਲੀ, ਖਾਸ ਕਰਕੇ ਦਿੱਲੀ ਪੁਲਿਸ ਤੇ ਯੂਪੀ ਪੁਲਿਸ ਤੇ ਕੋਈ ਅਸਰ ਪਏਗਾ? ਦੇਖੋ, ਅਸਰ ਤਾਂ ਪੈਣਾ ਚਾਹੀਦਾ। ਉਹਦੀ ਵਜ੍ਹਾ ਹੈਗੀ ਹੈ ਕਿ ਯੂਪੀ ਦੇ ਵਿੱਚ ਤੁਸੀਂ ਮੈਕਸਿਮਮ ਜਿੰਨੇ ਵੀ ਸੈਡੀਸ਼ਨ ਦੇ ਕੇਸਿਸ, ਲਵ ਜਿਹਾਦ ਦੇ ਕੇਸਿਸ ਅਨਨੈਸੈਸਰਲੀ, ਉਹ ਸਾਰੇ ਡਿੱਗੀ ਜਾ ਰਹੇ ਹਨ। ਹਾਂਜੀ। ਮਤਲਬ ਸਾਰਿਆਂ ਦੇ ਵਿੱਚ ਐਡਵਰਸ ਜਜਮੈਂਟਸ ਆ ਰਹੀਆਂ ਕੋਰਟ ਦੀਆਂ ਸਰਕਾਰ ਦੇ ਖਿਲਾਫ। ਸਰਕਾਰਾਂ ਕਹਿੰਦੀਆਂ ਅਸੀਂ ਸੁਪਰੀਮ ਕੋਰਟ ਚ ਅਪੀਲ ਕਰਾਂਗੇ ਵਗੈਰਾ ਵਗੈਰਾ। ਇਹਦਾ ਅਸਰ ਪੈਣਾ ਚਾਹੀਦਾ, ਲੇਕਿਨ ਸਾਡੀ ਜਿਹੜੀ ਪੋਲੀਟੀਕਲ ਕਲਾਸ ਹੈ ਉਹ ਇੰਨੀ ਢੀਠ ਹੈ, ਉਹਦੇ ਉੱਪਰ ਅਸਰ ਹੋਣਾ ਚਾਹੀਦਾ ਅਸਲੀ ਤਾਂ, ਜਿਹੜੇ ਕਿ ਪੁਲਿਸ ਨੂੰ ਕਹਿਣ ਵੀ ਭਾਈ ਜੋ ਕਾਨੂੰਨ ਹੈ ਉਹਦੇ ਮੁਤਾਬਕ ਕਾਰਵਾਈ ਕਰੋ। ਲੇਕਿਨ ਇਸ ਤਰ੍ਹਾਂ ਨਹੀਂ ਹੁੰਦਾ। ਸਾਡੀ ਤਾਂ ਸਾਰੀ ਜਿਹੜੇ MLA ਹੁੰਦੇ ਆ ਜਾਂ ਹਲਕਾ ਇੰਚਾਰਜ ਹੁੰਦੇ ਆ, ਉਹਨਾਂ ਦੀ ਸਾਰੀ ਰਾਜਨੀਤੀ ਹੀ ਪੁਲਿਸ ਦੇ ਆਲੇ ਦੁਆਲੇ ਘੁੰਮਦੀ ਹੁੰਦੀ ਹੈ। ਉਹਨੂੰ ਫੜ ਲਿਆ, ਉਹਨੂੰ ਅੰਦਰ ਕਰਤਾ, ਉਹਨੂੰ ਬਾਹਰ ਕਰਾਤਾ। ਇਹੀ ਤਾਂ ਹੈਗੀ ਹੈ। ਜਿਹਦੀ ਵਜ੍ਹਾ ਕਰਕੇ ਕੀ ਹੁੰਦਾ ਹੈ ਕਿ ਤੁਸੀਂ ਜਿਸ ਵੇਲੇ ਕੋਈ MLA ਬਣਦਾ ਹੈ, ਉਹ ਸਭ ਤੋਂ ਪਹਿਲਾ ਕੰਮ ਇਹ ਕਰਦਾ ਕਿ ਮੇਰੇ ਕਹਿਣ ਦੇ ਮੁਤਾਬਕ ਜਿਹੜਾ ਹੈਗਾ SHO ਹੋਣਾ ਚਾਹੀਦਾ ਥਾਣੇ 'ਚ, ਤੇ DSP ਹੋਣਾ ਚਾਹੀਦਾ ਇਸ ਇਲਾਕੇ ਦੇ ਵਿੱਚ ਮੇਰੇ ਕਹਿ ਤੇ, ਜਿਹੜਾ ਕਿ ਮੇਰੇ ਇਸ਼ਾਰੇ ਤੇ ਚੱਲੇ। ਅਗਰ ਇਹ ਚੀਜ਼ ਹੈ, ਇਹ ਜਿਹੜੀ ਕਿ ਇਹ ਚੀਜ਼ ਹੋ ਰਹੀ ਹੈ, ਅਗਰ ਇਹ ਚੀਜ਼ ਹੈ ਤਾਂ ਨੈਚੁਰਲੀ ਉਹ ਰੂਲ ਆਫ ਲਾਅ ਦੇ ਵੀ ਅਗੇਂਸਟ ਹੈ, ਉਹ ਸੰਵਿਧਾਨ ਦੇ ਵੀ ਅਗੇਂਸਟ ਹੈ, ਕਨਸਟੀਟਿਊਸ਼ਨਲ ਸਪਿਰਿਟ ਦੇ ਵੀ ਅਗੇਂਸਟ ਹੈ, ਤੇ ਡੈਮੋਕ੍ਰੇਸੀ ਤੇ ਲਿਬਰਟੀਜ਼ ਦੇ ਵੀ ਅਗੇਂਸਟ ਹੈ। ਹਾਂਜੀ। ਸੋ ਮੈਨੂੰ ਲੱਗਦਾ ਹੈ ਡਾਕਟਰ ਸਾਹਿਬ, ਜਿਹੜੇ ਇਲਾਹਾਬਾਦ ਹਾਈ ਕੋਰਟ ਦੇ, ਹੁਣ ਦਿੱਲੀ ਹਾਈ ਕੋਰਟ ਦੇ, ਕੁਝ ਨਾ ਕੁਝ ਤਾਂ ਜਿਹੜੀਆਂ ਸਰਕਾਰਾਂ ਉਹਨਾਂ ਦੇ ਵੀ ਅਸਰ ਪਾਉਣਗੇ, ਪੁਲਿਸ ਦੇ ਉੱਪਰ ਵੀ ਅਸਰ ਪਾਉਣਗੇ। ਉਹ UPA ਲਾਉਣ ਜਾਂ ਸੈਡੀਸ਼ਨ ਦੇ ਕੇਸ ਪਾਉਣ ਤੇ ਮੇਰਾ ਖਿਆਲ ਥੋੜਾ ਬੜਾ ਹੈਜੀਟੇਟ ਕਰਨਗੇ, ਭਾਵੇਂ ਕਿ ਉਹ ਸੁਪਰੀਮ ਕੋਰਟ 'ਚ ਵੀ ਜਾਣ। ਪਰ ਜਿਹੜੀ ਜਜਮੈਂਟ ਹੈ ਉਹਦੇ ਵਿੱਚ ਜੱਜਾਂ ਨੇ, ਹਾਈ ਕੋਰਟ ਦੇ ਜੱਜਾਂ ਨੇ ਸੁਪਰੀਮ ਕੋਰਟ ਦੇ ਕਈ ਫੈਸਲੇ ਕੋਟ ਕੀਤੇ ਹੈ, ਤੇ ਮੇਰਾ ਖਿਆਲ ਇਸ ਜਿਹੜੀ ਜਜਮੈਂਟ ਹੈ ਇਹਦੇ ਦੂਰ ਰਸਤੇ ਮੇਰੇ ਖਿਆਲ ਨਿਕਲਣਗੇ। ਇਸ ਤੋਂ ਅਗਲਾ ਵਿਸ਼ਾ ਇਹ ਹੈ ਡਾਕਟਰ ਸਾਹਿਬ ਵੀ ਜਿਹੜਾ ਪੰਜਾਬ BJP ਦੇ ਵਿੱਚ ਸੰਕਟ ਪੈਦਾ ਹੋ ਰਿਹਾ, ਤੇ BJP ਦੇ ਜਿਹੜੇ ਕੈਬਨਿਟ, ਹਾਂਜੀ ਹੈਲੋ, ਦੇਖੋ ਇਦਾਂ ਹੈਗਾ ਜੰਮੂ ਸਾਹਿਬ, ਹਾਂਜੀ, ਕਿ ਪੰਜਾਬ ਦੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ, ਹਾਂਜੀ, ਉਹ 2022 ਦੇ ਇਲੈਕਸ਼ਨ ਦੀ ਤਿਆਰੀ 'ਚ ਜੁਟ ਗਈਆਂ। ਯਾਨੀ ਕਿ 2022 ਦੇ ਇਲੈਕਸ਼ਨ ਦੀ ਬਸਾਤ ਵਿਛਣੀ ਸ਼ੁਰੂ ਹੋ ਗਈ ਹੈ। ਹਾਂਜੀ ਹਾਂਜੀ ਹਾਂਜੀ। ਜਿਹੜਾ ਜਿਵੇਂ ਕਿ ਆਪਾਂ ਦੇਖਦੇ ਹਾਂ ਅਕਾਲੀ ਦਲ ਤੇ BSP ਦਾ ਹੁਣ ਰੀਸੈਂਟਲੀ ਸਮਝੌਤਾ ਹੋਇਆ। ਹਾਂਜੀ। ਕਾਂਗਰਸ ਪਾਵਰ ਦੇ ਵਿੱਚ ਹੈ, ਲੇਕਿਨ ਕਾਂਗਰਸ ਆਪਣੇ ਇੰਟਰਨਲ ਕ੍ਰਾਈਸਿਸ ਨਾਲ ਜੂਝ ਰਹੀ ਹੈ। ਬਿਲਕੁਲ। ਆਮ ਆਦਮੀ ਪਾਰਟੀ ਆਪੋਜੀਸ਼ਨ ਪਾਰਟੀ ਹੈ, ਲੇਕਿਨ ਆਪੋਜੀਸ਼ਨ ਦੇ ਨਾਲ ਨਾਲ ਉਹਦੇ ਅੰਦਰ ਵੀ ਬੜੇ ਕ੍ਰਾਈਸਿਸ ਹੈ। ਉਹਨਾਂ ਦੇ MLA ਹੁਣੀ ਛੱਡ ਕੇ ਖਹਿਰਾ ਸਾਹਿਬ ਵਗੈਰਾ ਚਲੇ ਗਏ ਹੈ। ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਉਹਨਾਂ ਦੇ ਨਾਲ ਰਹਿਣਗੇ, ਕਿੰਨੇ ਚਲੇ ਜਾਣ। ਲੇਕਿਨ ਆਮ ਆਦਮੀ ਪਾਰਟੀ ਇੱਕ ਪੋਲੀਟੀਕਲ ਫੋਰਸ ਬਣ ਗਈ ਹੈ ਪੰਜਾਬ ਦੇ ਵਿੱਚ।
ਪਿਛਲੇ ਹਾਂਜੀ 2-3 ਇਲੈਕਸ਼ਨਾਂ ਦੇ ਵਿੱਚ। ਇਹ ਉਸ ਤੋਂ ਬਾਅਦ ਹੈ ਬੀਜੇਪੀ। ਬੀਜੇਪੀ ਬੜੀ ਕੰਫਰਟੇਬਲ ਪੋਜੀਸ਼ਨ ਸੀਗੀ ਜਿਸ ਵੇਲੇ ਅਕਾਲੀ ਦਲ ਅਲਾਇੰਸ ਸੀਗਾ, ਕਿਉਂਕਿ ਦੋਨਾਂ ਦਾ ਵੋਟ ਸ਼ੇਅਰ, ਵੋਟ ਬੈਂਕ ਆਦਾਨ ਪ੍ਰਦਾਨ ਹੁੰਦਾ ਸੀਗਾ, ਔਰ ਦੋਨੇ ਆਪਣੀਆਂ ਵੋਟਾਂ ਮਿਲਾ ਕੇ ਕਾਂਗਰਸ ਤੋਂ ਉੱਪਰ ਪਹੁੰਚ ਜਾਂਦੇ ਸੀਗੇ ਜਿਸ ਵੇਲੇ ਵੀ ਸਰਕਾਰ ਉਹਨਾਂ ਨੇ ਬਣਾਈ ਹੈ। ਕਾਂਗਰਸ ਦੀ ਜਿਹੜੀ ਹੈਗੀ ਹੈ ਉਹਦਾ ਵੀ ਅੱਛਾ ਖਾਸਾ ਵੋਟ ਬੈਂਕ ਹੈ ਔਨ ਇਟਸ ਓਨ। ਹਾਂਜੀ ਅਕਾਲੀ ਦਲ ਤੇ ਬੀਜੇਪੀ ਦਾ ਮਿਲ ਕੇ ਵੋਟ ਬੈਂਕ ਜਿਹੜਾ ਸੀਗਾ ਕਾਂਗਰਸ ਤੋਂ ਥੋੜਾ ਉੱਪਰ ਜਾਂਦਾ ਸੀਗਾ। ਲੇਕਿਨ ਜਿਹੜਾ ਫਾਰਮ ਕ੍ਰਾਈਸਿਸ ਹੈ, ਜਿਹੜਾ ਫਾਰਮ ਐਜੀਟੇਸ਼ਨ ਹੈ, ਜਾਂ ਜਿਹੜੇ ਫਾਰਮਰਸ ਦੇ ਤਿੰਨੇ ਬਿੱਲ ਹੈ, ਉਹਨਾਂ ਦੇ ਅਗੇਂਸਟ ਜੋ ਕੁਝ ਹੋਇਆ, ਔਰ ਅਕਾਲੀ ਦਲ ਨੂੰ ਅਲਟੀਮੇਟਲੀ ਬੀਜੇਪੀ ਦਾ ਸਾਥ ਛੱਡਣਾ ਪਿਆ। ਹਾਂਜੀ ਹੁਣ ਤੁਹਾਨੂੰ ਯਾਦ ਹੋਊਗਾ ਕਿ ਬੀਜੇਪੀ ਪਹਿਲਾਂ ਜਿਹੜੀ ਜਨਸੰਘ ਦੇ ਰੂਪ ਦੇ ਵਿੱਚ ਪੰਜਾਬ ਦੀ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਸੀ, ਉਹਨਾਂ ਨੂੰ ਹਾਰਡਲੀ ਕੋਈ ਸੀਟ ਇੱਕ ਦੀ 2-3 ਮਿਲਿਆ ਕਰਦੀ ਸੀਗੀ। ਵੈਸੇ ਵੀ ਹਾਈਐਸਟ ਲੈਵਲ ਤੇ ਵੀ ਜਿਸ ਵੇਲੇ ਆਪਾਂ ਦੇਖੀਏ ਕਿ ਬੀਜੇਪੀ ਦਾ ਵੋਟ ਸ਼ੇਅਰ ਜਿਹੜਾ ਹੈਗਾ 7-8% ਪੰਜਾਬ ਦੇ ਵਿੱਚ ਹੈ, ਹਾਂਜੀ ਇੰਡੀਪੈਂਡੈਂਟਲੀ ਮੈਂ ਕਹਿ ਰਿਹਾ। ਲੇਕਿਨ ਅਕਾਲੀ ਦਲ ਨਾਲ ਮਿਲ ਕੇ ਇੰਡੀਪੈਂਡੈਂਟਲੀ ਜਿੰਨੀ ਵੀ ਚੋਣਾਂ ਲੜੀਆਂ ਉਹਨਾਂ ਦਾ 4 ਤੋਂ 5% ਰਿਹਾ। ਅਕਾਲੀਆਂ ਨਾਲ ਜਦੋਂ ਮਿਲ ਕੇ ਚੋਣ ਲੱਗੀਆਂ ਉਦੋਂ ਹੀ ਉਹਨਾਂ ਦਾ ਅਕਾਲੀਆਂ ਵਧਿਆ। ਨਾਲ ਰਲ ਕੇ ਹੀ ਇੱਕ ਵਾਰ ਤਾਂ ਐਸਾ ਵੀ ਹੋਇਆ ਕਿ ਅਕਾਲੀ ਦਲ ਨੂੰ ਇੰਡੀਪੈਂਡੈਂਟਲੀ ਮੈਜੋਰਿਟੀ ਨਹੀਂ ਮਿਲੀ ਸੀ, ਬੀਜੇਪੀ ਦੀ ਵਜ੍ਹਾ ਕਰਕੇ ਸਰਕਾਰ ਬਣ ਸਕੀ ਥੀ, ਹਾਂਜੀ ਇਸ ਤਰ੍ਹਾਂ ਵੀ ਹੋਇਆ। ਲੇਕਿਨ ਹੁਣ ਜਿਹੜੀ ਹੈਗੀ ਹੈ, ਜਿਹੜੀ ਬੀਜੇਪੀ ਦੀ ਪੰਜਾਬ ਦੀ ਆਪਣੇ ਲੀਡਰਸ਼ਿਪ ਹੈ, ਉਹ ਆਪਣੇ ਆਪ ਨੂੰ ਟੋਟਲੀ ਆਈਸੋਲੇਟ ਫੀਲ ਕਰ ਰਹੀ ਹੈ। ਹਾਂਜੀ ਇਸ ਕਰਕੇ ਫੀਲ ਕਰ ਰਹੀ ਹੈ ਕਿ ਅਕਾਲੀ ਦਲ ਸੀਗਾ ਉਹ ਛੱਡ ਕੇ ਚਲਾ ਗਿਆ। ਬੀਜੇਪੀ ਦੀ ਪ੍ਰੈਜ਼ੈਂਸ ਪੰਜਾਬ ਦੇ ਵਿੱਚ ਕੁਝ ਪਾਕਟਸ ਦੇ ਵਿੱਚ ਹੈ, ਹਾਂਜੀ ਜਿਵੇਂ ਕਿ ਪਠਾਨਕੋਟ ਡਿਸਟ੍ਰਿਕਟ ਆਪਾਂ ਕਹਿ ਲੈਂਦੇ ਹਾਂ, ਸੁਜਾਨਪੁਰ ਵਗੈਰਾ, ਹਾਂਜੀ ਹਾਂਜੀ ਭੋਆ ਉੱਥੇ ਹੈ। ਸੁਜਾਨਪੁਰ ਲੇਕਿਨ ਭੋਆ ਵਗੈਰਾ ਜਿਹੜੀਆਂ ਕਿ ਹੁਣ ਇਹ ਬੀਐਸਪੀ ਨੂੰ ਸੀਟਾਂ ਦਿੱਤੀਆਂ ਗਈਆਂ ਇਸ ਅਰੇਂਜਮੈਂਟ ਦੇ ਵਿੱਚ। ਸਵਾਲ ਇਹ ਹੈਗਾ ਕਿ ਬੀਜੇਪੀ ਦੇ ਲੀਡਰਾਂ ਨੂੰ, ਬੀਜੇਪੀ ਦੇ ਵਰਕਰਾਂ ਨੂੰ, ਵਰਕਰ ਨੰਬਰ 1 ਬਹੁਤ ਸਾਰੇ ਛੱਡ ਕੇ ਚਲੇ ਗਏ। ਅੱਜ ਜਿਸ ਵੇਲੇ ਇਹਦਾ ਲੋਕਲ ਬਾਡੀਜ਼ ਦਾ ਇਲੈਕਸ਼ਨ ਹੋਇਆ ਤਾਂ ਕਾਫੀ ਵਰਕਰ ਜਿਹੇ ਜਿਸ ਵੇਲੇ ਉਹਨਾਂ ਨੂੰ ਨਾ ਤਾਂ ਕੈਂਪੇਨ ਕਰਨ ਦਿੱਤੀ ਲੋਕਾਂ ਨੇ, ਹਾਂਜੀ ਔਰ ਨਾ ਉਹਨਾਂ ਦੀਆਂ ਮਤਲਬ ਹੈ ਜਿਹੜੇ ਨੋਮੀਨੇਸ਼ਨਸ ਵਗੈਰਾ ਸੀਗੀ ਉਹਦੇ ਪਰ ਵੀ ਕਾਫੀ ਬਹੁਤ ਸਾਰੇ ਛੱਡ ਵੀ ਚਲੇ ਗਏ। ਹਾਂਜੀ ਹਾਂਜੀ ਹੁਣ ਜਿਹੜੇ ਬੀਜੇਪੀ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਹੈ, ਉਹ ਆਪਣੇ ਆਪ ਨੂੰ ਅਸਹਾਇ ਮਹਿਸੂਸ ਕਰ ਰਹੀ ਹੈ ਵੀ ਕਰਾਂਗੇ ਕੀ, ਕਿਉਂਕਿ ਸਾਨੂੰ ਕਿਤੇ ਵੜਨ ਤਾਂ ਦੇ ਨਹੀਂ ਰਹੇ। ਹਾਂਜੀ ਤਾਂ ਉਹ ਆਵਾਜ਼ ਜਿਹੜੀ ਸੀਗੀ ਅੰਦਰੋਂ ਗਤੀ ਤੇ ਚੱਲ ਰਹੀ ਹੈ। ਦੇਖੋ ਸੈਂਟਰ ਗਵਰਨਮੈਂਟ ਦੀ ਜਿਹੜੀ ਫੋਰਸ ਹੈ ਉਹ ਇੰਨੀ ਸਟਰੋਂਗ ਹੈ ਬੀਜੇਪੀ ਦੇ ਵਿੱਚ ਕਿ ਕੋਈ ਵੀ ਬੰਦਾ ਉਹਦੇ ਅਗੇਂਸਟ ਨਹੀਂ ਬੋਲੇਗਾ। ਪਰ ਇਹ ਜਿਹੜਾ ਪਰ ਇੱਕ ਗੱਲ ਮੈਂ ਕਹਿਣਾ ਫਾਰਮ ਚਾਹੁੰਦਾ ਪ੍ਰੈਸ ਸਾਹਿਬ, ਪਿਛਲੇ ਦਿਨੀ ਤੇ ਜੀ ਅੱਜ ਵੀ ਜਿਹੜੇ ਆ ਇਹਨਾਂ ਦੇ ਸਾਬਕਾ ਕੈਬਨਿਟ ਮੰਤਰੀ ਆ ਅਨਿਲ ਜੋਸ਼ੀ, ਉਹਨੇ ਸਾਫ਼-ਸਾਫ਼ ਕਿਹਾ ਵੀ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਉਹਨਾਂ 'ਚ ਸਾਡੇ ਜਿਹੜੇ 98% ਦੀ ਉਮੀਦਵਾਰ ਆ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਤੇ ਸਾਡਾ ਇੱਕ ਵੀ ਐਮਐਲਏ ਨਹੀਂ ਚੋਣ ਜਿੱਤੇਗਾ। ਤੁਸੀਂ ਜੋ ਮਰਜ਼ੀ ਦਾਅਵੇ ਕਰੀ ਜਾਓ, ਹਕੀਕਤ ਇਹ ਹੈ ਤੁਸੀਂ ਕਹਿੰਦੇ ਵੀ 100 ਬੰਦਿਆਂ ਦੇ ਹਥਿਆਰਬੰਦ ਬੰਦਿਆਂ ਨਾਲ ਤੁਸੀਂ ਪਿੰਡਾਂ 'ਚ ਨਹੀਂ ਜੇ ਜਾਓਗੇ ਤਾਂ ਤੁਹਾਨੂੰ ਕਾਲੇ ਝੰਡਿਆਂ ਦਾ ਸਾਹਮਣਾ ਕਰਨਾ ਪਏਗਾ। ਇਸ ਸਥਿਤੀ ਦੇ ਵਿੱਚ ਸਾਨੂੰ ਸੋਚਣਾ ਚਾਹੀਦਾ, ਜੇ ਤੁਸੀਂ ਨਹੀਂ ਗੱਲ ਸੁਣੋਗੇ ਤਾਂ ਮੇਰੇ ਵਰਗਾ ਬੰਦਾ ਵੀ ਕਿਸੇ ਹੋਰ ਪਾਰਟੀ 'ਚ ਜਾਏਗਾ। ਦੇਖੋ ਇਦਾਂ ਵੀ ਇਹ ਗੱਲ ਜਿਹੜੀ ਹੈਗੀ ਹੈ ਮਾਸਟਰ ਮੋਹਨ ਲਾਲ ਨੇ ਗੱਲ ਕਹੀ ਹੈ ਹਾਂਜੀ ਕਿ ਅਗਰ ਤੁਸੀਂ ਫੈਸਲਾ ਪ੍ਰੋਪਰ ਨਹੀਂ ਕਰਦੇ ਔਰ ਇਸ ਚੀਜ਼ ਨੂੰ ਐਡਰੈਸ ਨਹੀਂ ਕਰਦੇ ਤਾਂ ਸਾਡਾ ਵਰਕਰ ਹੋਰ ਪਾਰਟੀਆਂ ਦੇ ਵਿੱਚ ਜੁਆਇਨ ਕਰ ਲੈਣਗੇ। ਹਾਂਜੀ ਕਿਉਂਕਿ ਜਿਹੜਾ ਬੰਦਾ, ਜਿਹੜਾ ਪੋਲੀਟੀਕਲ ਜੀਵ ਹੈ, ਉਹਨੇ ਆਪਣੀ ਪੋਲੀਟੀਕਲ ਧਰਾਤਲ ਤਲਾਸ਼ ਕਰਨੀ ਹੈ। ਹਾਂਜੀ ਉਹ ਬੀਜੇਪੀ 'ਚ ਨਹੀਂ ਕਰੂਗਾ, ਕਿਤੇ ਹੋਰ ਕਰੂਗਾ। ਜਦ ਬੀਜੇਪੀ ਇੱਕ ਹਿੱਟਿੰਗ ਦਾ ਵਾਲ ਜਿਹਨੂੰ ਕਹਿੰਦੇ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ, ਹੁਣ ਬੀਜੇਪੀ ਦਾ ਇਹ ਕਹਿੰਦੀ ਹੈ ਅਸੀਂ 117 ਦੀਆਂ 17 ਸੀਟਾਂ ਲੜਾਂਗੇ, ਲੇਕਿਨ ਸਵਾਲ ਇਹ ਹੈਗਾ ਵੀ ਕਿਸ ਬਲਬੂਤੇ ਤੇ ਤੁਸੀਂ ਲੜੋ। ਕੇਡਰ ਤੁਹਾਡਾ ਜਿਹੜਾ ਹੈਗਾ ਬਾਹਰ ਨਿਕਲਣ ਦੇਣਗੇ ਲੋਕ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਹਰਿਆਣੇ ਦੇ ਵਿੱਚ ਇਹੀ ਚੀਜ਼ ਹੋ ਰਹੀ ਹੈ। ਹਰਿਆਣੇ ਦੇ ਵਿੱਚ ਉਦਘਾਟਨ ਨਹੀਂ ਕੀਤੇ ਕਰਨ ਦਿੰਦੇ ਕਿਸਾਨਾਂ ਨੇ, ਮੈਂ ਅੱਜ ਹੀ ਦੇਖ ਰਿਹਾ ਸੀਗਾ, ਇੱਥੇ ਤੱਕ ਕਹਿਤਾ ਕਿ ਬੀਜੇਪੀ ਤੇ ਜੇਜੇਪੀ ਦੇ ਜਿਹੜੇ ਸਮਰਥਕ ਆ ਉਹਨਾਂ ਦੇ ਨਾਲ ਉਹਨਾਂ ਦਾ ਹੁੱਕਾ ਪਾਣੀ ਬੰਦ ਕਰੋ ਪਿੰਡਾਂ ਦੇ ਵਿੱਚ, ਤੇ ਉਹਨਾਂ ਨਾਲ ਈਵਨ ਰਿਸ਼ਤੇ ਨਾਤੇ ਵੀ ਨਹੀਂ, ਸਮਾਜਿਕ ਇੱਥੇ ਤੱਕ ਕਿ ਰਿਸ਼ਤੇ ਵੀ ਨਾ ਜੋੜੋ ਮੁੰਡੇ ਕੁੜੀਆਂ ਦੇ, ਇੱਥੇ ਤੱਕ ਕਹਿ ਰਹੇ ਆ। ਯਾਨੀ ਇਹ ਖਾਪ ਪੰਚਾਇਤਾਂ ਜਿਹੜੀਆਂ ਹੈਗੀਆਂ, ਇੰਨੀ ਜ਼ਿਆਦਾ ਰਿਜ਼ੈਂਟਮੈਂਟ ਉਹ ਪੰਜਾਬ ਦੇ ਵਿੱਚ ਵੀ ਹੈ। ਉਹ ਜਿਹਦੀ ਵਜ੍ਹਾ ਕਰਕੇ ਜਿਹੜਾ ਜੋਸ਼ੀ ਸਾਹਿਬ ਨੇ ਇੱਕ ਮਤਲਬ ਓਪਨਲੀ ਆ ਕੇ ਗੱਲ ਕੀਤੀ ਹੈ, ਜਿਹੜੀ ਕਿ ਦਬੇ ਸੁਰਾਂ 'ਚ ਤਾਂ ਲੋਕ ਗੱਲ ਕਰਦੇ ਨੇ। ਜੋਸ਼ੀ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਹਰਜੀਤ ਗਰੇਵਾਲ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ,
ਔਰ ਜਿਹੜੇ ਕਿ ਹਰਜੀਤ ਗਰੇਵਾਲ ਤੇ ਆਪਣੇ ਸੁਰਜੀਤ ਕੁਮਾਰ ਜੈਨੀ ਜਾਣੀ ਨੇ। ਜਿਹੜੇ ਕਿ ਪ੍ਰਾਈਮ ਮਿਨਿਸਟਰ ਨੂੰ ਮਿਲ ਕੇ ਆਏ ਥੇ ਇਸ ਇਸ਼ੂ ਦੇ ਉੱਪਰ, ਉਹਨਾਂ ਨੂੰ ਬੁਲਾਇਆ ਗਿਆ ਸੀਗਾ ਤੇ ਉਹਨੇ ਕਿਹਾ ਵੀ ਤੁਹਾਨੂੰ ਇੰਨੀਆਂ ਹਾਰਸ਼ ਗੱਲਾਂ ਕਿਸਾਨਾਂ ਬਾਰੇ ਕਹੀਆਂ ਜੋ ਕਿ ਨਹੀਂ ਕਰਨੀਆਂ ਚਾਹੀਦੀਆਂ ਤੇ ਜਿਹੜੇ ਕਿ ਗਲਤ ਸੀਗੀਆਂ। ਯਾਨੀ ਆਪਣੀ ਹੀ ਲੀਡਰਸ਼ਿਪ ਨੂੰ ਜਿਹੜਾ ਹੈਗਾ ਉਹਨੂੰ ਪੜਤਾੜਨਾ ਕੀਤੀ, ਜਿਹਦਾ ਮਤਲਬ ਇਹ ਹੈਗਾ ਕਿ ਵਿਦਨ ਬੀਜੇਪੀ ਇਹ ਇੱਕ ਸਿਚੁਏਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਲੀਡਰਸ਼ਿਪ ਆਪਸ ਦੇ ਵਿੱਚ ਲੜਾਈ ਝਗੜੇ 'ਚ ਪੈ ਗਈ ਹੈ। ਦੋ ਗਰੁੱਪ ਬੰਦੇ ਨਜ਼ਰ ਆ ਰਹੇ ਹਨ। ਇੱਕ ਗਰੁੱਪ ਉਹ ਜਿਹੜਾ ਕਿ ਸੈਂਟਰ ਲੀਡਰਸ਼ਿਪ ਦੇ ਨਾਲ ਜਾਂ ਉਹਨਾਂ ਦੀ ਕਥਨੀ ਕਰਨੀ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ। ਉਹ ਕਹਿੰਦਾ ਚਾਹੇ ਕੁਝ ਮਰਜ਼ੀ ਹੋ ਜਾਵੇ ਜੀ, ਅਸੀਂ ਤਾਂ ਇਹਨਾਂ ਨਾਲ ਰਹਿਣਾ, ਇਸ ਫਾਰਮੂਲਾ ਠੀਕ ਹੈ। ਦੂਸਰੇ ਪਾਸੇ ਉਹ ਹੈ ਜਿਹੜੇ ਕਹਿੰਦੇ ਵੀ ਭਾਈ ਪੋਲੀਟੀਕਲੀ ਸਾਡਾ ਕੀ ਬਣੂਗਾ ਜਿਸ ਵੇਲੇ ਸਟੇਟ, ਹੁਣ ਇਹ ਤਾਂ ਹੈ ਨਹੀਂ ਕਿ ਪੰਜਾਬ ਦਾ ਬੰਦਾ ਜਾ ਕੇ ਕਰਨਾਟਕਾ 'ਚ ਇਲੈਕਸ਼ਨ ਲੜੂਗਾ ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਹੈ। ਇਲੈਕਸ਼ਨ ਤਾਂ ਆਪਣੀ ਜਗ੍ਹਾ ਤੋਂ ਹੀ ਲੜਨਾ ਹੈ ਨਾ। ਹੁਣ ਜੋਸ਼ੀ ਸਾਹਿਬ ਇਲੈਕਸ਼ਨ ਲੜ ਰਹੇ ਹੈ ਅੰਮ੍ਰਿਤਸਰ ਨਾਰਥ ਚੋਂ, ਤੇ ਉੱਥੇ ਉਹਨਾਂ ਨੇ ਦੇਖਣਾ ਹੈ ਕਿ ਭਾਈ ਮੇਰਾ ਕੱਲ ਨੂੰ ਪੋਲੀਟੀਕਲ ਫਿਊਚਰ ਕੀ ਹੈ ਅਗਰ ਤੁਸੀਂ ਜਿਹੜੇ ਹੈਗਾ। ਇਸ ਕਰਕੇ ਬੀਜੇਪੀ ਦੇ ਵਿੱਚ ਇਹ ਹੈ ਕਿ ਤੁਸੀਂ ਫਾਰਮੂਲਾਜ਼ ਨੂੰ ਜਲਦੀ ਤੋਂ ਜਲਦੀ ਐਡਰੈਸ ਕਰੋ, ਕੋਈ ਸੋਲੂਸ਼ਨ ਕੱਢੋ ਔਰ ਉਹ ਸੋਲੂਸ਼ਨ ਕੱਢ ਕੇ ਤਾਂ ਕਿ ਅਸੀਂ ਜਿਹੜਾ ਹੈਗਾ 22 ਦੇ ਇਲੈਕਸ਼ਨ ਨੂੰ ਫੇਸ ਕਰਨ ਜੋਗੇ ਹੋਈਏ। ਅਗਰ ਇਹ ਨਹੀਂ ਹੋਇਆ ਤਾਂ 2022 ਦਾ ਇਲੈਕਸ਼ਨ ਬੀਜੇਪੀ ਨੂੰ ਪੰਜਾਬ ਦੇ ਵਿੱਚ ਫੇਸ ਕਰਨਾ ਕਾਫੀ ਮੁਸ਼ਕਿਲ ਹੋ ਜਾਏਗਾ। ਡਾਕਟਰ ਸਾਹਿਬ, ਤੁਹਾਨੂੰ ਲੱਗਦਾ ਵੀ ਜਿਹੜੀ ਭਾਜਪਾ ਲੀਡਰਸ਼ਿਪ ਹੈ ਕੇਂਦਰ ਦੇ ਵਿੱਚ, ਕੇਂਦਰ ਸਰਕਾਰ ਆ, ਉਹ ਪੰਜਾਬ ਦੇ ਜਿਹੜੇ ਕੰਸਰਨ ਆ ਬੀਜੇਪੀ ਦੇ ਉਹਨਾਂ ਨੂੰ ਐਡਰੈਸ ਕਰੇਗੀ? ਹਾਂ, ਇਹ ਤੁਸੀਂ ਬਹੁਤ ਇੰਪੋਰਟੈਂਟ ਕੁਐਸਚਨ ਕੀਤਾ। ਵਜ੍ਹਾ ਇਹ ਹੈਗੀ ਹੈ ਜੰਮੂ ਸਾਹਿਬ, ਹਾਂਜੀ, ਕਿ ਬੀਜੇਪੀ ਨੂੰ ਇਹ ਪਤਾ ਹੈ ਵੀ ਪੰਜਾਬ ਦੇ ਵਿੱਚ 13 ਸੀਟਾਂ, ਹਾਂਜੀ, ਲੋਕ ਸਭਾ ਦੀਆਂ, ਔਰ ਹਰਿਆਣੇ ਦੇ ਵਿੱਚ 10 ਨੇ, ਜਿਹੜੀ ਹੈਗੀਆਂ 10 ਹੈ ਮੇਰਾ ਖਿਆਲ ਹੈ, 10 ਨੇ ਜੀ। ਦੂਸਰੇ ਪਾਸੇ ਯੂਪੀ ਹੈ ਜਿੱਥੇ ਦੀ 80 ਸੀਟ ਹੈ, ਹਾਂਜੀ, ਜਿਹਨੇ ਉਹਨਾਂ ਨੂੰ ਸਰਕਾਰ ਬਣਾਉਣ ਜਾਂ ਨਾ ਬਣਾਉਣ ਦੇ ਵਿੱਚ ਹੁੰਗਾਰਾ ਦੇਣਾ। ਹਾਂਜੀ, ਤੇ ਉਹੀ ਗੱਲ ਬਾਰ-ਬਾਰ ਕਹਿ ਰਹੇ ਹੈ ਕਿ ਜਿਹੜਾ ਫਾਰਮ ਐਜੀਟੇਸ਼ਨ ਹੈ ਉਹ ਤਾਂ ਬੇਸਿਕਲੀ ਪੰਜਾਬ ਹਰਿਆਣੇ ਦਾ ਹੈ। ਹਾਂਜੀ, ਬਾਕੀ ਪੂਰੇ ਸਟੇਟਾਂ ਦੇ ਵਿੱਚ ਤਾਂ ਹੈ ਹੀ ਨਹੀਂ, ਉੱਥੇ ਤਾਂ ਕਿਸਾਨ ਸਾਨੂੰ ਕੋਈ ਉਹ ਕਰ ਰਿਹਾ। ਲੇਕਿਨ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਬੰਗਾਲ ਦੇ ਵਿੱਚ ਜਾ ਕੇ ਐਡਰੈਸ ਕੀਤੀਆਂ ਰੈਲੀਆਂ, ਉਹਦਾ ਚਾਹੇ 1% ਅਸਰ ਹੋਇਆ ਚਾਹੇ 2% ਅਸਰ ਹੋਇਆ, ਅਸਰ ਹੋਇਆ ਦਿਸਦਾ। ਹਾਂਜੀ, ਅਗਰ ਇਹੀ ਸਿਚੁਏਸ਼ਨ ਯੂਪੀ ਦੇ ਵਿੱਚ ਕੱਲ ਨੂੰ ਆਉਂਦੀ ਹੈ ਔਰ ਜਿਹੜੇ ਸਟੇਟ ਅੱਗੇ ਨੂੰ ਇਲੈਕਸ਼ਨ ਦੇ ਵਿੱਚ ਜਾ ਰਹੇ ਹੈ, ਚਾਹੇ ਗੁਜਰਾਤ ਹੈ, ਚਾਹੇ ਯੂਪੀ ਹੈ, ਉੱਤਰਾਖੰਡ ਵਗੈਰਾ ਹੈਗੇ, ਤਾਂ ਫਿਰ ਬੀਜੇਪੀ ਵਾਸਤੇ ਬੜਾ ਮੁਸ਼ਕਿਲ ਹੋ ਜਾਏਗਾ। ਹੁਣ ਬੀਜੇਪੀ ਕੋਲ ਕੋਈ ਐਸਾ ਰਸਤਾ ਨਹੀਂ ਲੱਭ ਰਿਹਾ ਕਿਉਂਕਿ ਐਜੀਟੇਸ਼ਨ 6 ਮਹੀਨਿਆਂ ਤੋਂ ਉੱਪਰ ਤਾਂ ਕਿਸਾਨਾਂ ਨੂੰ ਉੱਥੇ ਬਾਰਡਰ ਤੇ ਬੈਠਿਆਂ ਨੂੰ ਹੋ ਗਏ। 3 ਮਹੀਨੇ ਉਸ ਤੋਂ ਪਹਿਲਾਂ ਐਜੀਟੇਸ਼ਨ ਸਟੇਟ ਦੇ ਵਿੱਚ ਚੱਲ ਰਿਹਾ ਸੀਗਾ, ਚੱਕਾ ਜਾਮ ਤੇ ਆਪਣੇ ਰੇਲਵੇ ਟਰੈਕਾਂ ਨੂੰ ਰੋਕੋ, ਇਹ ਕਰੋ, ਉਹ ਸਾਰਾ ਕੁਝ ਚੱਲ ਰਿਹਾ था। ਇੱਕ ਲੰਬਾ ਐਜੀਟੇਸ਼ਨ ਹੋ ਗਿਆ। ਜੇ ਹੁਣ ਬੀਜੇਪੀ ਦੇ ਵਿੱਚੋਂ ਬਾਹਰ ਨਿਕਲਦੀ ਹੈ, ਉਹ ਕਹਿੰਦੇ ਠੀਕ ਹੈ ਜੀ ਅਸੀਂ ਫਾਰਮੂਲਾ ਵਾਪਸ ਲੈਣੇ ਆ, ਤਾਂ ਵੀ ਉਹਦੇ ਵਾਸਤੇ ਮੁਸ਼ਕਿਲ ਹੈ। ਹਾਂਜੀ, ਕਿਉਂਕਿ ਉਹ ਕਹਿੰਦੇ ਭਾਈ ਸਾਹਿਬ ਇਸ ਤੇ ਗੱਲ ਪਹਿਲਾਂ ਹੀ ਕਹਿ ਰਹੇ ਸੀ ਕਿ ਤੁਸੀਂ ਹੁਣ ਕਿਉਂ ਮੰਨਿਆ ਇੰਨਾ ਨੁਕਸਾਨ ਕਰਵਾ ਕੇ। ਅਗਰ ਫਾਰਮੂਲਾ ਵਾਪਸ ਨਹੀਂ ਲੈਂਦੇ ਤਾਂ ਉਹਦੀ ਪੋਲੀਟੀਕਲ ਕਾਸਟ ਜਿਹੜੀ ਹੈਗੀ ਹੈ ਬੀਜੇਪੀ ਨੂੰ ਆਉਣ ਵਾਲੇ ਇਲੈਕਸ਼ਨਾਂ 'ਚ ਕਿਤੇ ਨਾ ਕਿਤੇ ਦੇਣੀ ਪੈਗੀ। ਤਾਂ ਬੀਜੇਪੀ ਕਿ ਕੈਚ 22 ਸਿਚੁਏਸ਼ਨ ਦੇ ਵਿੱਚ ਹੈ, ਕਰੀਏ ਤਾਂ ਨਾ ਕਰੀਏ। ਈਵਨ ਅਗਰ ਸੈਂਟਰਲ ਲੀਡਰਸ਼ਿਪ ਫਾਰਮੂਲਾਜ਼ ਨੂੰ ਵਾਪਸ ਲੈਂਦੀ ਹੈ ਜਾਂ ਵਾਪਸ ਲੈਣਾ ਵੀ ਚਾਹੁੰਦੀ ਹੈ, ਉਹ ਜਿਹੜੀ ਇੱਕ ਹਿਊਮਨ ਹੈ, ਉਹ ਜਿਹੜੀ ਇੱਕ ਆਕੜ ਹੈ, ਉਹ ਆਕੜ ਬਣੀ ਜਾਊਗੀ। ਉਹ ਚੀਜ਼ ਦੀ ਵਜ੍ਹਾ ਕਰਕੇ ਉੱਥੇ ਇਹ ਚੀਜ਼ ਨਹੀਂ ਹੈ ਵੀ ਕਿਸਾਨਾਂ ਦਾ ਭਲਾ ਹੋ ਰਿਹਾ ਹੈ ਨੁਕਸਾਨ ਹੋ ਰਿਹਾ। ਤੁਸੀਂ ਪਹਿਲਾਂ ਹੀ ਸਟੇਕ ਹੋਲਡਰਸ ਨੂੰ ਸਾਰਿਆਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ, ਆਪਾਂ ਸਾਰਿਆਂ ਨੂੰ ਪਤਾ ਵੀ ਰਾਜ ਸਭਾ ਦੇ ਵਿੱਚ ਬਿੱਲ ਕਿਵੇਂ ਪਾਸ ਹੋਏ। ਹਾਂਜੀ, ਹਾਂਜੀ, ਠੀਕ ਹੈ ਨੀ, ਉਹ ਤਾਂ ਧੱਕੇ ਨਾਲ ਹੀ ਹੋਇਆ ਨਾ। ਬਿਲਕੁਲ। ਤੁਸੀਂ ਸਟੇਕ ਹੋਲਡਰਸ ਨੂੰ ਨਾਲ ਲੈ ਕੇ ਬੈਠ ਕੇ ਡੈਮੋਕ੍ਰੈਟਿਕ ਢੰਗ ਦੇ ਨਾਲ ਅਗਰ ਇਹ ਸਾਰਾ ਕੁਝ ਕਰਦੇ ਤਾਂ ਇੰਨਾ ਜ਼ਿਆਦਾ ਪੁਆੜਾ ਨਹੀਂ ਪੈਣਾ ਸੀਗਾ। ਆਪਣੇ ਕਿਸਾਨ ਭਰਾ ਵੀ ਘਰਾਂ 'ਚ ਰਹਿੰਦੇ, ਉਹ ਆਪਣੇ ਖੇਤੀ ਵੱਲ ਧਿਆਨ ਦਿੰਦੇ। ਤਾਂ ਆਪਾਂ ਇਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਜੰਮੂ ਸਾਹਿਬ, ਕਿ ਇਸ ਪੂਰੇ ਕ੍ਰਾਈਸਿਸ ਦੇ ਵਿੱਚ ਜਿਹੜਾ ਪੈਂਡੈਮਿਕ ਦਾ ਹੋਇਆ, ਸਿਰਫ ਇੱਕੋ ਇੱਕ ਸੈਕਟਰ ਐਸਾ ਸੀਗਾ ਜਿਹੜਾ ਕਿ ਪੋਜ਼ਿਟਿਵਲੀ ਰਿਸਪੌਂਡ ਕਰ ਰਿਹਾ ਸੀਗਾ ਇਕਨੋਮੀ ਦਾ, ਉਹ ਐਗਰੀਕਲਚਰ ਸੈਕਟਰ ਸੀ। ਬਿਲਕੁਲ। ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਡੀ ਦੇਸ਼ ਦੀ ਇਕਨੋਮੀ ਨੂੰ ਇਹਨਾਂ ਕ੍ਰਾਈਸਿਸ ਦੇ ਵਿੱਚ ਵੀ ਅੱਗੇ ਵਧਾ ਰਿਹਾ ਹੈ, ਤੁਸੀਂ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਨੂੰ ਕਹੋ ਕਿ ਨਹੀਂ ਜਾਓ ਤੁਸੀਂ ਕੁਝ ਮਰਜ਼ੀ ਕਰ ਲਓ, ਤਾਂ ਉਹ ਚੀਜ਼ ਜਿਹੜੀ ਹੈਗੀ ਹੈ ਉਹ ਦੇਸ਼ ਦੇ ਵਾਸਤੇ ਠੀਕ ਨਹੀਂ ਹੈ।
ਐਡਾ ਲੰਬਾ ਐਜੀਟੇਸ਼ਨ ਕਿਸਾਨਾਂ ਵਾਸਤੇ ਵੀ ਠੀਕ ਨਹੀਂ ਹੈ, ਕਿਉਂਕਿ ਤੁਸੀਂ 6-7 ਮਹੀਨੇ ਘਰਾਂ ਤੋਂ ਬਾਹਰ ਰਹਿ ਕੇ ਏਡੇ ਵੱਡੇ ਐਜੀਟੇਸ਼ਨ ਨੂੰ ਚਲਾਉਣਾ, ਲੀਡ ਕਰਨਾ ਬਹੁਤ ਔਖਾ ਹੈ, ਔਰ ਸਰਕਾਰ ਜਾਂ ਦੇਸ਼ ਵਾਸਤੇ ਵੀ ਕੋਈ ਅੱਛੀ ਗੱਲ ਨਹੀਂ ਹੈ। 26 ਜੂਨ ਨੂੰ 7 ਮਹੀਨੇ ਹੋ ਜਾਣੇ ਜੀ ਪੂਰੇ ਅੰਦੋਲਨ ਦੇ। ਜੀ 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 ਜੀ। ਡਾਕਟਰ ਸਾਹਿਬ, ਵੇ ਆਊਟ ਕੀ ਕੋਈ ਬਣਦੀ ਲੱਗਦੀ ਹੈ ਕਿਸਾਨ ਅੰਦੋਲਨ ਦੀ? ਕੋਈ ਲੱਗੇਗਾ ਕਿਸੇ ਕਿਨਾਰੇ? ਦੇਖੋ ਦੇਖੋ ਮੈਂ ਦੱਸਦਾ, ਜੰਮੂ ਸਾਹਿਬ, ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇੰਨਾ ਚਿਰ ਵਾਸਤੇ ਇਹਨਾਂ ਨੂੰ ਸਥਗਿਤ ਕਰਦੇ ਹਾਂ। ਹਾਂਜੀ। ਹਾਂ, ਸੈਂਟਰ ਗਵਰਨਮੈਂਟ ਕਹਿੰਦੀ ਹੈ ਸਾਡੇ ਮੁਤਾਬਕ ਤਾਂ ਜੀ ਸੁਪਰੀਮ ਕੋਰਟ ਦੇ ਆਦੇਸ਼ ਲਾਗੂ ਹੈ ਕਿ ਇਹ ਸਥਗਿਤ ਹੈ, ਇਹਨਾਂ ਪਰ ਸਟੇ ਲੱਗੀ ਹੋਈ ਹੈ। ਹਾਂਜੀ। ਲੇਕਿਨ ਉਹ ਤੋਂ ਅੱਗੇ ਕੀ ਹੈ? ਜਿਸ ਦਿਨ ਸਟੇ ਖਤਮ ਹੋਗੀ ਉਸ ਦਿਨ ਕਾਨੂੰਨ ਲਾਗੂ ਹੋ ਜਾਣਗੇ, ਇਹਦਾ ਮਤਲਬ ਤੈਅ ਹੋ ਗਿਆ। ਹਾਂਜੀ ਹਾਂਜੀ ਹਾਂਜੀ। ਤਾਂ ਬੈਟਰ ਹੈਗਾ ਕਿ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਕਿਸਾਨ ਜਥੇਬੰਦੀਆਂ ਨੂੰ ਬੁਲਾਵੇ, ਬੁਲਾ ਕੇ ਕਹੇ ਕਿ ਅਸੀਂ ਇਹ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਫਿਲਹਾਲ ਸਸਪੈਂਡ ਕਰਦੇ ਹਾਂ, ਨੋਟੀਫਿਕੇਸ਼ਨ ਹੋ ਜਵੇ ਉਹਦਾ, ਕਿ ਆਪਾਂ ਬੈਠ ਕੇ ਜਿਹੜੇ ਤੁਹਾਡੇ ਕੰਸਰਨਸ ਹੈਗੇ ਉਹਨਾਂ ਕੰਸਰਨਸ ਨੂੰ ਐਡਰੈਸ ਕਰਕੇ ਆਪਾਂ ਦੁਬਾਰਾ ਲੈ ਆਵਾਂਗੇ ਉਹ ਲਾਜ਼ ਨੂੰ। ਲੇਕਿਨ ਉਹਦੇ ਵਿੱਚ ਉਹ ਜਿਹੜੇ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਪ੍ਰੋਬਲਮਸ ਨੂੰ ਆਪਾਂ ਐਡਰੈਸ ਕਰਦੇ ਹਾਂ। ਠੀਕ। ਉਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਐਗਰੀ ਹੋ ਸਕਦੀਆਂ ਔਰ ਸੈਂਟਰਲ ਗਵਰਨਮੈਂਟ ਵੀ ਐਗਰੀ ਹੋ ਸਕਦੀ ਹੈ। ਲੇਕਿਨ ਗੱਲ ਇਹ ਹੈਗਾ ਵੀ ਕਰੇ ਕੌਣ? ਹੂ ਵਿਲ ਬੈਲ ਦਾ ਕੈਟ? ਠੀਕ। ਉਹ ਚੀਜ਼ ਜਿਹੜੀ ਹੈਗੀ ਹੈ ਉਹਦੀ ਵਜ੍ਹਾ ਕਰਕੇ ਇਹ ਕ੍ਰਾਈਸਿਸ ਜਿਹੜਾ ਹੈਗਾ ਉਹ ਡੂੰਘਾ ਹੁੰਦਾ ਜਾ ਰਿਹਾ ਹੈ। ਔਰ ਏਜਾ ਐਜੀਟੇਸ਼ਨ ਮੇਰਾ ਖਿਆਲ ਨਹੀਂ ਕਿ ਨੋਨ ਹਿਸਟਰੀ ਦੇ ਵਿੱਚ ਐਡਾ ਲੰਬਾ ਐਜੀਟੇਸ਼ਨ ਔਰ ਐਡੇ ਵੱਡੇ ਸਤਰ ਤੇ ਚੱਲਿਆ ਹੋਵੇ ਕਿਸੇ ਵੀ ਸਟੇਟ ਦੇਸ਼ ਦੇ ਵਿੱਚ। ਮੇਰੇ ਖਿਆਲ ਆਜ਼ਾਦ ਭਾਰਤ ਤਾਂ ਨਹੀਂ, ਪਰ ਜਦੋਂ ਦੇਸ਼ ਗੁਲਾਮ ਸੀਗਾ ਅੰਗਰੇਜ਼ਾਂ ਦੇ ਹਾਂ, ਖਿਲਾਫ, ਉਸ ਵੇਲੇ ਚੱਲਿਆ ਥਾ, ਉਸ ਵੇਲੇ ਚੱਲਿਆ ਥਾ। ਭਗਤ ਸਿੰਘ ਦੇ ਉਸ ਚਾਚੇ ਵੇਲੇ ਅਜੀਤ ਸਿੰਘ ਦੀ ਅਗਵਾਈ 'ਚ ਚੱਲਿਆ ਸੀਗਾ 9 ਮਹੀਨੇ। ਅਰਸਟਵਾਈਲ ਜਿਹੜਾ ਈਸਟ ਹਾਂਜੀ। ਆਪਣੇ ਅੱਜ ਪਾਕਿਸਤਾਨ ਹੈ ਉਸ ਇਲਾਕੇ ਚ ਲਾਇਲਪੁਰ ਵਗੈਰਾ ਦੇ ਵਿੱਚ ਹਾਂਜੀ। ਚੱਲਿਆ ਸੀਗਾ ਐਜੀਟੇਸ਼ਨ। ਹਾਂਜੀ। ਲੇਕਿਨ ਆਜ਼ਾਦ ਭਾਰਤ ਦੇ ਵਿੱਚ ਐਡਾ ਵੱਡਾ ਐਜੀਟੇਸ਼ਨ ਕੋਈ ਨਹੀਂ ਚੱਲਿਆ। ਹਾਂਜੀ ਹਾਂਜੀ ਹਾਂਜੀ। ਸੋ ਸਾਹਿਬ, ਤਾਂ ਇਸ ਕਰਕੇ ਬੀਜੇਪੀ ਇਜ਼ ਇਨ ਕ੍ਰਾਈਸਿਸ। ਹਾਂਜੀ ਹਾਂਜੀ। ਬੀਜੇਪੀ ਪੰਜਾਬ ਦੇ ਵਿੱਚ ਇਨ ਕ੍ਰਾਈਸਿਸ ਹੈ। ਔਰ ਇਹ ਜਿਹੜੀ ਅਨਿਲ ਜੋਸ਼ੀ ਨੇ ਗੱਲ ਚੱਕੀ ਹੈ ਤੇ ਉਹਦਾ ਹੁੰਗਾਰਾ ਜਿਹੜਾ ਹੈਗਾ ਉਹ ਮਾਸਟਰ ਮੋਹਨ ਲਾਲ, ਉਹ ਦੋਨੇ ਕੈਬਨਿਟ ਮੰਤਰੀ ਰਹੇ ਹੋਏ ਆ ਬੀਜੇਪੀ ਦੇ, ਅਕਾਲੀ ਬੀਜੇਪੀ ਸਰਕਾਰਾਂ ਦੇ ਵਿੱਚ। ਉਹਨਾਂ ਦੇ ਨਾਲ ਹੋਰ ਬੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੁੜਨਗੇ। ਇਹ ਸਨੋਬਾਲ ਹੋਏਗਾ, ਇਹ ਡਾਈਸੈਂਟ ਜਿਹੜੀ ਹੈਗੀ ਹੈ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਏਗਾ। ਹਾਂ ਪ੍ਰੈਸ ਸਾਹਿਬ, ਇੱਥੇ ਆਪਣਾ ਇਹਦਾ ਸ਼ੋਅ ਦਾ ਸਮਾਂ ਖਤਮ ਹੋਣ ਵਾਲਾ, ਤੁਸੀਂ ਇੱਕ ਲਾਈਨ 'ਚ ਗੱਲ ਕਹਿ ਕੇ ਸਮਾਪਤ ਕਰੋ। ਮੈਂ ਤਾਂ ਇਹ ਕਹਿ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਬੀਜੇਪੀ ਜਦ ਤੱਕ ਫਾਰਮ ਲਾਜ਼ ਦੇ ਉੱਪਰ ਕੋਈ ਪੋਜ਼ਿਟਿਵ ਡਿਵੈਲਪਮੈਂਟ ਨਹੀਂ ਹੁੰਦੀ ਤਾਂ ਬੀਜੇਪੀ ਵਾਸਤੇ ਬੜਾ ਮੁਸ਼ਕਿਲ ਹੋਵੇਗਾ ਪੰਜਾਬ ਦੇ ਵਿੱਚ ਇਲੈਕਸ਼ਨ ਲੜਨਾ, ਕਿਉਂਕਿ ਲੋਕਾਂ ਦੇ ਵਿੱਚ ਐਕਸੈਪਟੇਬਿਲਿਟੀ ਨਹੀਂ ਹੈ ਇਹ ਹੋਏਗੀ। ਆਪਾਂ ਜਿਸ ਵੇਲੇ ਲੋਕਲ ਬਾਡੀਜ਼ ਦਾ ਇਲੈਕਸ਼ਨ ਹੈ ਉਹਦੇ ਵਿੱਚ ਆਪਾਂ ਦੇਖ ਲਿਆ ਸੀਗਾ, ਲੋਕ ਪੁੱਛ ਕੇ ਕਹਿੰਦੇ ਤੁਸੀਂ ਕਿਹੜੀ ਪਾਰਟੀ ਵਾਸਤੇ ਆਏ ਹੋ? ਅਸੀਂ ਇਸ ਬੀਜੇਪੀ ਵਾਸਤੇ ਆਏ। ਨਹੀਂ ਨਹੀਂ, ਤੁਹਾਨੂੰ ਅਸੀਂ ਵੋਟ ਨਹੀਂ ਦੇਣੀ। ਠੀਕ। ਸੋ ਮੈਨੀ ਵੀਡੀਓਜ਼ ਕੇਮ, ਚਾਹੇ ਉਹ ਪਲਾਂਟਡ ਹੋਣ ਜਾਂ ਕੁਝ ਹੋਣ, ਲੇਕਿਨ ਇਹ ਇੱਕ ਪਰਸੈਪਸ਼ਨ ਜ਼ਰੂਰ ਦਿੰਦੀ ਹੈ। ਰਚਾ, ਤੁਹਾਡਾ ਇਹ ਸ਼ੋਅ 'ਚ ਜੋੜਨ ਲਈ ਬਹੁਤ ਬਹੁਤ ਸ਼ੁਕਰੀਆ। ਇੱਥੇ ਹੀ ਸਾਡਾ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ। ਧੰਨਵਾਦ।